सत श्री अकाल जी। किताब राह रस्ते, लेखक नरिंदर सिंह कपूर। दोस्तों, किताब का कोई भी लेख ਜਾਂ टॉपिक शुरू करन ਤੋਂ ਪਹਿਲਾਂ इस किताब ਦੇ ਮੁੱਢਲੇ शब्द भी पढ़ांगे, क्योंकि ਇਹਨਾਂ ਵਿੱਚ भी बहुत ही ਸੋਹਣੀਆਂ ਗੱਲਾਂ ਕਹੀਆਂ ਗਈਆਂ ਹਨ। ਸੋ ਤੁਹਾਨੂੰ ਵੀ ਇਸ ਬਾਰੇ ਜ਼ਰੂਰ ਪੜ੍ਹਨਾ ਤੇ ਸੁਣਨਾ ਚਾਹੀਦਾ ਹੈ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ। ਜਦੋਂ ਤੱਕ ਪੁਰਾਣੇ ਰਾਹ ਤਿਆਗੇ ਨਾ ਜਾਣ, ਨਵੇਂ ਰਸਤੇ ਸਿਰਜਣੇ ਸੰਭਵ ਨਹੀਂ ਹੁੰਦੇ। ਨਵੇਂ ਰਸਤੇ ਪਰਿਵਰਤਨ ਦੇ ਸੂਚਕ ਹੁੰਦੇ ਹਨ ਅਤੇ ਪਰਿਵਰਤਨ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਛੁਪੀਆਂ ਹੁੰਦੀਆਂ ਹਨ। ਮਾਨਵ ਜਾਤੀ ਦੀ ਪੁਰਾਣੀ ਆਦਤ ਹੈ ਅਤੀਤ ਨੂੰ ਵਡਿਆਉਣਾ ਅਤੇ ਵਰਤਮਾਨ ਨੂੰ ਛੁਟਿਆਉਣਾ, ਪਰ ਸਾਡੀਆਂ ਸਮੱਸਿਆਵਾਂ ਦੇ ਹੱਲ ਭਵਿੱਖ ਵਿੱਚ ਹੀ ਸੰਭਵ ਹੋਣਗੇ ਅਤੇ ਭਵਿੱਖ ਜਦੋਂ ਵੀ ਸਾਡੇ ਤੱਕ ਅੱਪੜੇਗਾ ਉਹ ਵਰਤਮਾਨ ਬਣ ਕੇ ਹੀ ਅੱਪੜੇਗਾ। ਗਿਆਨ ਦੇ ਵਧਣ ਨਾਲ, ਸਾਡੇ ਵਿਚਾਰਾਂ ਵਿੱਚ ਵਿਸ਼ਾਲਤਾ ਅਤੇ ਲਚਕ ਦੇ ਸੁਮੇਲ ਨਾਲ ਸਾਡੇ ਵਿੱਚ ਨਵੇਂ ਰਸਤੇ ਗਾਉਣ, ਇਨਕਲਾਬ ਸਿਰਜਣ ਅਤੇ ਨਵੀਆਂ ਕਾਢਾਂ ਕੱਢਣ ਦਾ ਉਤਸ਼ਾਹ ਜਾਗਦਾ ਹੈ। ਸੰਸਾਰ ਵਿੱਚ ਇਨਕਲਾਬ ਸਦਾ ਉਹਨਾਂ ਨੇ ਲਿਆਂਦੇ ਹਨ ਜਿਨ੍ਹਾਂ ਦੇ ਦਿਲਾਂ ਵਿੱਚ ਚੰਗੇਰੀ, ਆਜ਼ਾਦ ਅਤੇ ਪ੍ਰਸੰਨ ਦੁਨੀਆ ਦੇ ਸੁਪਨੇ ਹਨ। ਸਾਰੀਆਂ ਆਜ਼ਾਦੀਆਂ ਮਨ ਦੀ ਆਜ਼ਾਦੀ ਨਾਲ ਅਤੇ ਸਾਰੀਆਂ ਅਮੀਰੀਆਂ ਮਨ ਅਤੇ ਦਿਲ ਦੋਵਾਂ ਦੀ ਅਮੀਰੀ ਨਾਲ ਆਰੰਭ ਹੁੰਦੀਆਂ ਹਨ। ਜਦੋਂ ਤੱਕ ਸਰੀਰ ਨਾਲੋਂ ਮਨ ਤਕੜਾ ਨਹੀਂ ਹੁੰਦਾ, ਉਦੋਂ ਤੱਕ ਨੇਕੀ ਅਤੇ ਬਹਾਦਰੀ ਦਾ ਪ੍ਰਗਟਾਵਾ ਵੀ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਕਿਸੇ ਕੌਮ ਜਾਂ ਸਮਾਜ ਦੀ ਸ਼ਕਤੀ ਉਸ ਦੀ ਬਾਹਰਲੀ ਸੁੰਦਰਤਾ ਵਿੱਚ ਨਹੀਂ, ਉਸ ਦੀ ਅੰਦਰਲੀ ਸੋਚ ਅਤੇ ਡੂੰਘਾਈ ਵਿੱਚ ਹੁੰਦੀ ਹੈ। ਸੋਚ ਦੇ ਦਰਿਆਵਾਂ ਦੇ ਕੰਢੇ ਨਹੀਂ ਹੁੰਦੇ, ਡੂੰਘਾਈ ਹੁੰਦੀ ਹੈ। ਜੇ ਮਨ ਦੇ ਬੂਹੇ ਬਾਰੀਆਂ ਖੁੱਲ੍ਹੇ ਰੱਖੇ ਜਾਣ ਤਾਂ ਨਵੇਂ ਵਿਚਾਰ ਹਵਾਵਾਂ ਬਣ ਕੇ ਆਉਂਦੇ ਰਹਿੰਦੇ ਹਨ ਅਤੇ ਨਵੀਆਂ ਸੋਚਾਂ ਨੂੰ ਅਪਣਾਉਣ ਦਾ ਅਭਿਆਸ ਨਿਰੰਤਰ ਜਾਰੀ ਰਹਿੰਦਾ ਹੈ। ਹਰ ਅਭਿਆਸ ਨਾਲ ਨਿਪੁੰਨਤਾ ਅਤੇ ਨਿਪੁੰਨਤਾ ਨਾਲ ਸਵੈ ਵਿਸ਼ਵਾਸ ਉਪਜਦਾ ਹੈ। ਚੰਗੇ ਵਿਚਾਰਾਂ ਨੂੰ ਅਪਣਾਉਣਾ ਅਸੰਭਵ ਤਾਂ ਨਹੀਂ ਹੁੰਦਾ, ਪਰ ਮੁਸ਼ਕਲ ਜ਼ਰੂਰ ਹੁੰਦਾ ਹੈ। ਇਸ ਲਈ ਬਹੁਤੇ ਲੋਕ ਇਹ ਖਤਰਾ ਮੁੱਲ ਨਹੀਂ ਲੈਂਦੇ। ਮੁਸ਼ਕਲ ਉਹ ਹੁੰਦਾ ਹੈ ਜਿਸ ਨੂੰ ਕਰਨ ਲਈ ਵਧੇਰੇ ਸਮਾਂ ਲੱਗਦਾ ਹੈ ਅਤੇ ਅਸੰਭਵ ਉਹ ਹੁੰਦਾ ਹੈ ਜਿਸ ਨੂੰ ਕਰਨ ਲਈ ਵਧੇਰੇ ਯਤਨ ਵੀ ਕਰਨਾ ਪੈਂਦਾ ਹੈ। ਮੁਸ਼ਕਲਾਂ ਅਕਸਰ ਦੋ ਪ੍ਰਕਾਰ ਦਾ ਪ੍ਰਭਾਵ ਛੱਡਦੀਆਂ ਹਨ। ਜਾਗੇ ਹੋਇਆਂ ਨੂੰ ਇਹ ਸ਼ਕਤੀਸ਼ਾਲੀ, ਸਿਆਣਾ ਅਤੇ ਪੀੜਾ ਬਣਾ ਦਿੰਦੀਆਂ ਹਨ ਅਤੇ ਅਵੇਸਲਿਆਂ ਨੂੰ ਇਹ ਕਮਜ਼ੋਰ ਅਤੇ ਨਿਤਾਣਾ ਕਰ ਦਿੰਦੀਆਂ ਹਨ। ਸਭ ਪ੍ਰਕਾਰ ਦੀ ਯਾਤਰਾ ਅਤੇ ਯਤਨ ਦੇ ਅਰਥ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਹੀ ਹਨ। ਜੀਵਨ ਦੀ ਤੀਰਥ ਯਾਤਰਾ ਜਿੰਨੀ ਵਧੇਰੇ ਕਠਿਨ ਹੁੰਦੀ ਹੈ, ਓਨੀ ਹੀ ਉਸ ਦੀ ਖਿੱਚ ਵਧੇਰੇ ਅਤੇ ਤਸੱਲੀ ਉੱਚੀ ਹੁੰਦੀ ਹੈ। ਜਿਹੜੇ ਚੜ੍ਹਨ ਤੋਂ ਪਹਿਲਾਂ ਹੀ ਪੌੜੀਆਂ ਗਿਣਨ ਲੱਗ ਪੈਣ ਅਤੇ ਜਿਹੜੇ ਚੱਲਣ ਤੋਂ ਪਹਿਲਾਂ ਹੀ ਫਾਸਲੇ ਮਾਪਣ ਲੱਗ ਪੈਣ, ਉਹ ਨਾ ਚੱਲਦੇ ਹਨ ਨਾ ਹੀ ਪਹੁੰਚਦੇ ਹਨ, ਸਗੋਂ ਨਿਰੰਤਰ ਤਿਲਕਦੇ ਅਤੇ ਹਾਰਦੇ ਰਹਿੰਦੇ ਹਨ। ਜੇ ਹਾਰ ਦਾ ਡਰ ਨਾ ਹੋਵੇ ਤਾਂ ਸਫਲਤਾ ਵਿੱਚੋਂ ਪ੍ਰਸੰਨਤਾ ਨਹੀਂ ਮਿਲਦੀ। ਜੇ ਵਿਛੋੜੇ ਦੀ ਚਿੰਤਾ ਨਾ ਹੋਵੇ ਤਾਂ ਮਿਲਾਪ ਵਿੱਚੋਂ ਆਨੰਦ ਨਹੀਂ ਉਪਜਦਾ। ਜਿਹੜੇ ਲੋਕ ਦੂਜਿਆਂ ਲਈ ਜਿਉਂਦੇ ਹਨ ਅਤੇ ਦੂਜਿਆਂ ਦੇ ਜੀਵਨ ਵਿੱਚ ਪਰਿਵਰਤਨ ਲਿਆਉਣ ਲਈ ਜਿਉਂਦੇ ਹਨ, ਉਹਨਾਂ ਦਾ ਜੀਵਨ ਭਰਪੂਰ ਹੁੰਦਾ ਹੈ। ਇਹ ਲੋਕ ਕਰਮ ਨੂੰ ਵਿਚਾਰ, ਵਿਚਾਰ ਨੂੰ ਕਲਪਨਾ ਅਤੇ ਕਲਪਨਾ ਨੂੰ ਅਨੁਭਵ ਵਿੱਚ ਪਰਤਾਉਣ, ਸ਼ਬਦ ਨੂੰ ਅਰਥ, ਅਰਥ ਨੂੰ ਰਸ ਅਤੇ ਰਸ ਨੂੰ ਸੁਹਜ ਤੱਕ ਪਹੁੰਚਾਉਣ, ਨੀਵੇਂ ਨੂੰ ਉੱਚੇ ਨਾਲ, ਅਤੀਤ ਨੂੰ ਵਰਤਮਾਨ ਨਾਲ ਅਤੇ ਵਰਤਮਾਨ ਨੂੰ ਭਵਿੱਖ ਨਾਲ ਮਿਲਾਉਣ ਦਾ ਕਲਿਆਣਕਾਰੀ ਕਾਰਜ ਕਰਦੇ ਹਨ। ਜੇ ਬੂਹਿਆਂ 'ਤੇ ਦਸਤਕ ਹੁੰਦੀ ਰਹੇ, ਘਰ ਵਸਦੇ ਰਹਿੰਦੇ ਹਨ। ਜੇ ਪੈਰ ਚੱਲਦੇ ਰਹਿਣ, ਰਸਤੇ ਬਣਦੇ ਜਾਂਦੇ ਹਨ। ਇਸ ਸੰਗ੍ਰਹਿ ਵਿਚਲੇ ਲੇਖ ਨਿਮਰਤਾ ਸਾਹਿਤ, ਰੁਕਿਆਂ ਹੋਇਆਂ ਨੂੰ ਚੱਲਣ ਦਾ ਸੁਨੇਹਾ ਹਨ ਅਤੇ ਜਾਗਦਿਆਂ ਨੂੰ ਅੱਖਾਂ ਖੋਲ੍ਹ ਕੇ ਸੁਪਨੇ ਵੇਖਣ ਦੀ ਦਾਵਤ ਹਨ। ਇਸ ਪੁਸਤਕ ਦਾ ਉਦੇਸ਼ ਤੁਹਾਨੂੰ ਤੁਹਾਡੀਆਂ ਸ਼ਕਤੀਆਂ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਤੁਸੀਂ ਆਪਣੀਆਂ ਸੰਭਾਵਨਾਵਾਂ ਨੂੰ ਪਛਾਣ ਸਕੋ। ਸੋ ਦੋਸਤੋ, ਇਸ ਦੇ ਨਾਲ ਹੀ ਇਸ ਦੇ ਮੁੱਢਲੇ ਸ਼ਬਦ ਖਤਮ ਹੁੰਦੇ ਹਨ। ਹੁਣ ਆਪਾਂ ਸ਼ੁਰੂ ਕਰਦੇ ਹਾਂ ਇਸ ਦਾ ਪਹਿਲਾ ਟੌਪਿਕ ਜਾਂ ਲੈਸਨ, ਜਾਗਦੀਆਂ ਅੱਖਾਂ ਦੇ ਸੁਪਨੇ। ਅਸੀਂ ਜਾਗਣ ਤੱਕ ਹੀ ਸੌਂ ਸਕਦੇ ਹਾਂ। ਅਸੀਂ ਸਫਲ ਹੋਣ ਤੱਕ ਹੀ ਲਾਪਰਵਾਹ ਹੋ ਸਕਦੇ ਹਾਂ। ਬਹੁਤੇ ਲੋਕ ਬਚਾਓ ਵਾਲੀ ਥਾਂ ਲੱਭਦੇ ਹਨ ਅਤੇ ਫਿਰ ਜੀਵਨ ਭਰ ਉੱਥੇ ਹੀ ਬੈਠੇ ਰਹਿੰਦੇ ਹਨ। ਖੁਸ਼ੀ ਅਤੇ ਖੇੜਾ ਮੱਧ ਸ਼੍ਰੇਣਿਕ ਆਦਰਸ਼ ਅਤੇ ਉਦੇਸ਼ ਹਨ। ਇਹ ਪੌੜੀ ਦੇ ਵਿਚਕਾਰ ਜਿਹੇ ਪਹੁੰਚਣ ਅਤੇ ਉੱਥੇ ਹੀ ਟਿਕੇ ਰਹਿਣ ਦਾ ਅਹਿਸਾਸ ਹਨ। ਅਜਿਹੇ ਲੋਕਾਂ ਦਾ ਜੀਵਨ ਉਦੇਸ਼ ਨੌਕਰੀ ਪ੍ਰਾਪਤ ਕਰਨਾ ਹੁੰਦਾ ਹੈ।
ਨੌਕਰੀ ਦੌਰਾਨ ਅਸੀਂ ਮਨਸੂਬੇ ਬਣਾਉਂਦੇ ਰਹਿੰਦੇ ਹਾਂ, ਸੁਪਨੇ ਬੁਣਦੇ ਰਹਿੰਦੇ ਹਾਂ, ਪਰ ਉਹ ਕਦੇ ਯਥਾਰਥ ਨਹੀਂ ਬਣਦੇ। ਨੌਕਰੀ ਦਾ ਇੱਕ ਮਾੜਾ ਪੱਖ ਇਹ ਵੀ ਹੈ ਕਿ ਇਹ ਸਾਡੇ ਤੋਂ ਨੌਕਰੀ ਛੱਡਣ ਦੀ ਹਿੰਮਤ ਖੋਹ ਲੈਂਦੀ ਹੈ। ਨੌਕਰੀ ਦੀ ਪਕੜ ਇਤਨੀ ਭੀੜੀ ਹੋ ਜਾਂਦੀ ਹੈ ਕਿ ਸੇਵਾ ਮੁਕਤ ਹੋਣ ਵੇਲੇ ਵੀ ਹਰ ਕਿਸੇ ਦੀ ਇਹੀ ਇੱਛਾ ਹੁੰਦੀ ਹੈ ਕਿ ਕੁਝ ਸਾਲ ਨੌਕਰੀ ਕਰਨ ਲਈ ਹੋਰ ਮਿਲ ਜਾਣ। ਦੂਜੇ ਪਾਸੇ ਉਹ ਲੋਕ ਹਨ ਜਿਹੜੇ ਵਪਾਰ ਦੇ ਖਤਰੇ ਮੁੱਲ ਲੈਂਦੇ ਹਨ ਜਾਂ ਕੁਝ ਉਪਜਾਉਣ ਦਾ ਉਪਰਾਲਾ ਕਰਦੇ ਹਨ ਅਤੇ ਦੌਲਤਮੰਦ ਹੋ ਨਿਬੜਦੇ ਹਨ। ਆਮ ਕਰਕੇ ਦੌਲਤਮੰਦ ਵਪਾਰ ਅਤੇ ਉਤਪਾਦਨ ਦੇ ਖੇਤਰ ਨਾਲ ਸੰਬੰਧਿਤ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਹਨਾਂ ਵਿੱਚ ਖਤਰੇ ਮੁੱਲ ਲੈਣ, ਘਾਟਿਆਂ ਅਤੇ ਹਾਰਾਂ ਨੂੰ ਬਰਦਾਸ਼ਤ ਕਰਨ, ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਆਪਣੇ ਕੀਤੇ ਫੈਸਲਿਆਂ ਦੇ ਨਤੀਜੇ ਭੁਗਤਣ ਦਾ ਜਿਗਰਾ ਹੁੰਦਾ ਹੈ। ਉਹ ਸੂਰਜ ਵਾਂਗ ਨਿਰੰਤਰ ਕਾਰਜਸ਼ੀਲ ਰਹਿੰਦੇ ਹਨ। ਸਾਰੇ ਵਿਅਕਤੀਆਂ ਨੂੰ 3 ਮੁੱਖ ਵੰਨਗੀਆਂ ਵਿੱਚ ਵੰਡਿਆ ਜਾ ਸਕਦਾ ਹੈ: ਪਛਾਣ ਖਿੱਚੂ, ਸਥਿਰ ਰਹਿਣ ਵਾਲੇ ਅਤੇ ਅਗਾਂਹ-ਵਧੂ। ਸੰਸਾਰ ਵਿੱਚ ਦੌਲਤ ਉਪਜਾਉਣ ਦਾ ਕਾਰਜ ਉਹ ਲੋਕ ਕਰਦੇ ਹਨ ਜਿਨ੍ਹਾਂ ਦੀ ਟੇਕ ਭਵਿੱਖ 'ਤੇ ਹੁੰਦੀ ਹੈ। ਭਾਰਤ ਵਿੱਚ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਲੰਘ ਗਏ ਸਤਯੁਗ ਨੂੰ ਉਡੀਕ ਰਹੇ ਹਨ ਜਾਂ ਜਿਹੜੇ ਪਰੰਪਰਾ ਨਾਲ ਪੂਰਨ ਭਾਂਤ ਇਕਸੁਰ ਹੋਏ ਹਨ। ਅਸੀਂ ਭਾਰਤੀ ਦੌਲਤ ਦੇ ਵਿਰੋਧੀ ਹਾਂ। ਸਾਡੇ ਦੇਸ਼ ਵਿੱਚ ਅਮੀਰੀ ਨੂੰ ਭੰਡਿਆ ਗਿਆ ਹੈ ਅਤੇ ਗਰੀਬੀ ਨੂੰ ਵਡਿਆਇਆ ਗਿਆ ਹੈ। ਸਾਨੂੰ ਭਾਰਤੀਆਂ ਨੂੰ ਅਮੀਰੀ ਨਾਲ ਚਿੜ ਹੈ। ਲੰਮੇ ਅਰਸੇ ਤੋਂ ਅਸੀਂ ਅਮੀਰੀ ਨੂੰ ਬੇਈਮਾਨੀ, ਠੱਗੀ, ਝੂਠ, ਫਰੇਬ, ਛਲ, ਸ਼ੋਸ਼ਣ ਆਦਿ ਨਾਲ ਜੋੜਿਆ ਹੋਇਆ ਹੈ। ਅਮੀਰੀ ਦੀਆਂ ਗਲਤ ਉਦਾਹਰਣਾਂ ਨੂੰ ਸਾਹਮਣੇ ਰੱਖ ਕੇ ਅਮੀਰੀ ਅਤੇ ਦੌਲਤ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਵਿੱਚ ਅਸੀਂ ਤੀਰ ਪੈਦਾ ਕਰ ਲਿਆ ਹੈ। ਇਹ ਦ੍ਰਿਸ਼ਟੀਕੋਣ ਸਾਡੀ ਖੁਸ਼ਹਾਲੀ ਦੇ ਰਾਹ ਦੀ ਵੱਡੀ ਰੁਕਾਵਟ ਬਣ ਗਿਆ ਹੈ। ਸਾਡੇ ਦੇਸ਼ ਵਿੱਚ ਕੁਝ ਅਮੀਰ ਲੋਕ ਤਾਂ ਹਨ, ਪਰ ਦੌਲਤਮੰਦ ਲੋਕਾਂ ਦੀ ਗਿਣਤੀ ਬਹੁਤੀ ਨਹੀਂ। ਅਮੀਰ ਉਹ ਹੈ ਜਿਹੜਾ ਖੁੱਲ੍ਹਾ ਖਰਚ ਕਰੇ, ਪਰ ਦੌਲਤਮੰਦ ਉਹ ਹੈ ਜਿਹੜਾ ਬਚਤ ਕਰਕੇ ਹੋਰ ਦੌਲਤ ਉਪਜਾਏ। ਅਮੀਰਾਂ ਕੋਲ ਸਭ ਕੁਝ ਖਰੀਦਣ ਦੀ ਸਮਰੱਥਾ ਹੁੰਦੀ ਹੈ, ਪਰ ਵੇਚਣਯੋਗ ਮੁੱਲਵਾਨ ਕੁਝ ਨਹੀਂ ਹੁੰਦਾ। ਦੌਲਤਮੰਦ ਆਪਣੇ ਧਨ ਨੂੰ ਬੀਜ ਵਾਂਗ ਵਰਤਦੇ ਹਨ, ਜਿਸ ਤੋਂ ਹੋਰਾਂ ਲਈ ਰੁਜ਼ਗਾਰ ਦੇ ਮੌਕਿਆਂ ਦੀ ਫਸਲ ਉਪਜਾਈ ਜਾਂਦੀ ਹੈ। ਅਮੀਰ ਹੋਣ ਅਤੇ ਦੌਲਤਮੰਦ ਹੋਣ ਵਿੱਚ ਅੰਤਰ ਹੈ। ਦੌਲਤ ਉਹ ਹੁੰਦੀ ਹੈ ਜੋ ਤੁਸੀਂ ਅਗਲੇਰੇ ਵਿਕਾਸ ਲਈ ਬਚਾਉਂਦੇ ਹੋ। ਬਚਤ ਤੁਹਾਨੂੰ ਆਜ਼ਾਦ ਕਰਦੀ ਹੈ। ਇਸ ਨਾਲ ਚੀਜ਼ਾਂ ਖਰੀਦਣ ਦੀ ਸ਼ਕਤੀ ਵੱਧਦੀ ਹੈ, ਪਰ ਖਰੀਦਣ ਦੀ ਲੋੜ ਘਟਦੀ ਹੈ। ਦੌਲਤਮੰਦਾਂ ਕੋਲ ਇੰਨਾ ਧਨ ਹੈ ਕਿ ਜੇ ਉਹ ਅੱਜ ਕਮਾਉਣਾ ਬੰਦ ਕਰ ਦੇਣ ਤਾਂ ਵੀ ਕਈ ਪੁਸ਼ਤਾਂ ਤੱਕ ਅਜੋਕੀ ਪੱਧਰ ਵਾਲਾ ਜੀਵਨ ਜੀ ਸਕਦੇ ਹਨ। ਪਰ ਉਹ ਅੱਜ ਵੀ ਇਵੇਂ ਕੰਮ ਕਰਦੇ ਹਨ ਜਿਵੇਂ ਉਹਨਾਂ ਨੇ ਅੱਜ ਦੀ ਆਮਦਨ ਨਾਲ ਕੱਲ੍ਹ ਦੇ ਖਰਚੇ ਚਲਾਉਣੇ ਹੋਣ। ਦੌਲਤ ਮਿਹਨਤ ਕਰਨ, ਬਚਤ ਕਰਨ, ਖਰਚੇ ਵਿਅੰਤਣ ਅਤੇ ਸਵੈ ਕਾਬੂ ਵਿੱਚੋਂ ਉਪਜਦੀ ਹੈ। ਜਦੋਂ ਕਿਸੇ ਕੋਲ ਦੌਲਤ ਹੁੰਦੀ ਹੈ ਤਾਂ ਉਸ ਨਾਲ ਉਹ ਵਿਅਕਤੀ ਹੀ ਖੁਸ਼ਹਾਲ ਨਹੀਂ ਹੁੰਦਾ, ਸਗੋਂ ਉਸ ਦੀ ਦੌਲਤ ਨਾਲ ਸਮਾਜ ਅਤੇ ਦੇਸ਼ ਵੀ ਖੁਸ਼ਹਾਲ ਹੁੰਦੇ ਹਨ। ਯੂਰਪ ਅਤੇ ਅਮਰੀਕਾ ਇਵੇਂ ਹੀ ਖੁਸ਼ਹਾਲ ਹੋਏ ਹਨ। ਦੌਲਤ ਉਹ ਧਨ ਹੈ ਜੋ ਤੁਸੀਂ ਆਪ ਆਪਣੇ ਯਤਨਾਂ ਨਾਲ ਆਪਣੇ ਜੀਵਨ ਵਿੱਚ ਕਮਾਉਂਦੇ, ਬਚਾਉਂਦੇ ਅਤੇ ਉਤਪਾਦਨ ਵਿੱਚ ਲਾਉਂਦੇ ਹੋ। ਦੌਲਤ ਹੌਲੀ ਹੌਲੀ ਉਸਰਦੀ ਹੈ, ਪਰ ਜੇ ਉਸਰਦੀ ਰਹੇ ਤਾਂ ਬੋੜ ਵਾਂਗ ਫੈਲ ਜਾਂਦੀ ਹੈ ਅਤੇ ਦਰਿਆ ਦੇ ਵਹਿਣ ਵਾਂਗ ਤੇਜ਼ ਹੁੰਦੀ ਜਾਂਦੀ ਹੈ। ਦੌਲਤ ਜੂਆ ਖੇਡ ਕੇ, ਲਾਟਰੀ ਜਿੱਤ ਕੇ, ਬੇਈਮਾਨੀ ਕਰਕੇ ਜਾਂ ਦੂਜਿਆਂ ਦਾ ਹੱਕ ਮਾਰ ਕੇ ਨਹੀਂ ਉਸਰਦੀ। ਇਸ ਦੀ ਉਸਾਰੀ ਵਿੱਚ ਸਭਨਾਂ ਲਈ ਖੁਸ਼ਹਾਲੀ ਛੁਪੀ ਹੁੰਦੀ ਹੈ, ਕਿਉਂਕਿ ਦੌਲਤ ਦਾ ਆਧਾਰ ਮਿਹਨਤ ਹੈ। ਮਿਹਨਤ ਬਿਨਾਂ ਨਾ ਇਹ ਉਸਰਦੀ ਹੈ ਤੇ ਨਾ ਹੀ ਟਿਕਦੀ ਹੈ। ਨਵੀਂ ਸੋਚ, ਕਾਰਜਸ਼ੀਲਤਾ ਅਤੇ ਮਿਹਨਤ ਦੌਲਤ ਦੇ ਥੰਮ ਹਨ। ਗਾਹਕ ਦੀ ਪ੍ਰਸੰਨਤਾ ਦੌਲਤ ਉਪਜਣ ਦਾ ਮੂਲ ਮੰਤਰ ਹੈ। ਅਚਾਨਕ ਮਿਲਿਆ ਧਨ ਸਾਡਾ ਵਿਹਾਰ ਵਿਗਾੜ ਦਿੰਦਾ ਹੈ, ਜਦੋਂ ਕਿ ਸਾਂਝੀ ਮਿਹਨਤ ਨਾਲ ਉਪਜੀ ਦੌਲਤ ਸਾਡੇ ਵਿਹਾਰ ਵਿੱਚ ਡੂੰਘਾਈ ਅਤੇ ਵਿਸ਼ਾਲਤਾ ਲਿਆਉਂਦੀ ਹੈ। 1 ਲੱਖ ਵਿੱਚੋਂ 1-2 ਕੁਝ ਗਿਣਤੀ ਦੇ ਵਿਅਕਤੀ ਹੀ ਹੁੰਦੇ ਹਨ ਜਿਹੜੇ ਦੌਲਤ ਉਪਜਾਉਂਦੇ ਹਨ, ਬਾਕੀ ਧਨ ਹੀ ਕਮਾਉਂਦੇ ਹਨ। ਦੌਲਤ ਦਾ ਮੁੱਖ ਕਾਰਜ ਹੋਰ ਰੁਜ਼ਗਾਰ ਉਪਜਾਉਣਾ ਹੁੰਦਾ ਹੈ। ਨੌਕਰ ਦੀ ਤਨਖਾਹ ਭਾਵੇਂ ਲੱਖਾਂ ਰੁਪਇਆ ਪ੍ਰਤੀ ਮਹੀਨਾ ਹੋਵੇ, ਉਹ ਨੌਕਰ ਹੈ। ਉਹ ਦੂਜਿਆਂ ਲਈ ਰੁਜ਼ਗਾਰ ਨਹੀਂ ਉਪਜਾ ਸਕਦਾ, ਕਿਉਂਕਿ ਉਹ ਆਪ ਰੁਜ਼ਗਾਰ ਦਾ ਅਭਿਲਾਸ਼ੀ ਹੈ। ਦੌਲਤਮੰਦ ਹੋਰ ਰੁਜ਼ਗਾਰ ਪੈਦਾ ਕਰਕੇ ਹੋਰ ਲੋਕਾਂ ਨੂੰ ਆਪਣੀ ਦੌਲਤ ਵਧਾਉਣ ਵਿੱਚ ਭਾਈਵਾਲ ਬਣਾਉਂਦਾ ਹੈ। ਵੱਡੀਆਂ ਕੰਪਨੀਆਂ ਇਹੀ ਕਾਰਜ ਕਰਦੀਆਂ ਹਨ।
ਕੰਪਨੀ ਵੱਡੀ ਹੁੰਦੀ ਜਾਂਦੀ ਹੈ ਅਤੇ ਕੰਪਨੀ ਦੇ ਕਰਮਚਾਰੀ ਖੁਸ਼ਹਾਲ ਹੁੰਦੇ ਜਾਂਦੇ ਹਨ। ਇਵੇਂ ਦੌਲਤਮੰਦ ਵਿਅਕਤੀ ਆਪਣੀ ਕਮਾਈ ਨੂੰ ਸਰਮਾਏ ਵਿੱਚ ਬਦਲੀ ਜਾਂਦੇ ਹਨ। ਦੌਲਤਮੰਦ ਵਿਅਕਤੀ ਸ਼ਾਨੋ ਸ਼ੌਕਤ ਵਾਲਾ ਜੀਵਨ ਜਿਉ ਸਕਦੇ ਹਨ, ਪਰ ਉਹ ਸਾਦਾ ਜੀਵਨ ਜਿਉਂਦੇ ਹਨ। ਉਹ ਆਪਣੇ ਸਮੇਂ, ਸ਼ਕਤੀ ਅਤੇ ਧਨ ਨੂੰ ਦੌਲਤ ਉਪਜਾਉਣ ਲਈ ਵਰਤਦੇ ਹਨ। ਉਹ ਜਾਣਦੇ ਹਨ ਕਿ ਆਰਥਿਕ ਪੱਖੋਂ ਸੁਤੰਤਰ ਅਤੇ ਸਵੈ ਨਿਰਭਰ ਹੋਣਾ ਖਰਚੀਲੀ ਅਤੇ ਮਹਿੰਗੀ ਜੀਵਨ ਜਾਚ ਨਾਲੋਂ ਵਧੇਰੇ ਮਹੱਤਵਪੂਰਨ ਹੈ। ਸਵੈ ਵਿਸ਼ਵਾਸ ਕਾਰਨ, ਹੀਣ ਭਾਵਨਾ ਤੋਂ ਮੁਕਤ ਹੋਣ ਕਾਰਨ ਦੌਲਤਮੰਦ ਵਿਅਕਤੀ ਦਿਖਾਵੇ ਦੇ ਰੋਗ ਤੋਂ ਮੁਕਤ ਹੁੰਦੇ ਹਨ। ਉਹਨਾਂ ਨੇ ਸਭ ਕੁਝ ਆਪਣੇ ਯਤਨਾਂ ਨਾਲ ਉਸਾਰਿਆ ਹੁੰਦਾ ਹੈ, ਸੋ ਕਿਸਮਤ ਨੇ ਉਹਨਾਂ ਦੇ ਜੀਵਨ ਵਿੱਚ ਕੋਈ ਰੋਲ ਨਹੀਂ ਨਿਭਾਇਆ ਹੁੰਦਾ। ਉਹਨਾਂ ਵਿੱਚ ਮੁਸ਼ਕਲਾਂ ਵਿੱਚੋਂ ਅਵਸਰਾਂ ਨੂੰ ਵੇਖਣ ਦੀ ਯੋਗਤਾ ਹੁੰਦੀ ਹੈ। ਇੱਕ ਵਾਰੀ ਜਦੋਂ ਇੱਕ ਵਪਾਰੀ ਦੂਰ ਦੇ ਇੱਕ ਸ਼ਹਿਰ ਦੇ ਹੋਟਲ ਵਿੱਚ ਰਿਹਾ ਤਾਂ ਜਦੋਂ ਸਵੇਰੇ ਉਸਨੇ ਅਖਬਾਰ ਮੰਗਿਆ ਤਾਂ ਉਸ ਨੂੰ ਜਾਣ ਕੇ ਹੈਰਾਨੀ ਹੋਈ ਕਿ ਇੰਨੇ ਵੱਡੇ ਸ਼ਹਿਰ ਵਿੱਚ ਕੋਈ ਅਖਬਾਰ ਨਹੀਂ ਸੀ ਛਪਦਾ ਅਤੇ ਬਾਹਰਲੇ ਅਖਬਾਰ ਦੁਪਹਿਰ ਤੋਂ ਪਿੱਛੋਂ ਪਹੁੰਚਦੇ ਸਨ। ਉਸਨੇ ਨਿਰਾਸ਼ ਸਥਿਤੀ ਵਿੱਚੋਂ ਮੌਕਾ ਵੇਖਿਆ ਅਤੇ ਉਸ ਸ਼ਹਿਰ ਵਿੱਚੋਂ ਉਸ ਵੱਲੋਂ ਜਾਰੀ ਕੀਤੇ ਅਖਬਾਰ ਨੇ ਉਸ ਇਲਾਕੇ ਦੇ ਹੀ ਨਹੀਂ, ਉਸ ਰਾਜ ਦੇ ਵਿਕਾਸ ਵਿੱਚ ਵੀ ਉੱਘਾ ਰੋਲ ਨਿਭਾਇਆ। ਕੋਈ ਵੀ ਵਿਅਕਤੀ ਦਿਨ ਵਿੱਚ ਕੇਵਲ 8 ਘੰਟੇ ਕੰਮ ਕਰਕੇ ਨਾ ਅਮੀਰ ਹੋ ਸਕਦਾ ਹੈ, ਨਾ ਖੁਸ਼ਹਾਲ ਅਤੇ ਨਾ ਹੀ ਦੌਲਤਮੰਦ। ਜੇਕਰ ਅਸੀਂ 8 ਘੰਟੇ ਵੀ ਕੰਮ ਨਹੀਂ ਕਰਦੇ ਤਾਂ ਕਾਰਨ ਕਿਧਰੇ ਲੱਭਣ ਜਾਣ ਦੀ ਲੋੜ ਨਹੀਂ ਕਿ ਅਸੀਂ ਖੁਸ਼ਹਾਲ ਕਿਉਂ ਨਹੀਂ ਹਾਂ। ਕਿੰਨੇ ਕੰਮ ਹਨ ਜਿਹੜੇ ਅਸੀਂ ਪੂਰੇ ਕਰਦੇ ਹਾਂ। ਕੰਮ ਨੂੰ ਬਿਨਾਂ ਪੂਰਿਆਂ ਕੀਤਿਆਂ ਕੋਈ ਵਿਕਾਸ ਨਹੀਂ ਵਾਪਰਦਾ ਅਤੇ ਕੋਈ ਵੀ ਚੀਜ਼ ਅੱਗੇ ਨਹੀਂ ਜਾ ਸਕਦੀ। ਅਧੂਰੇ ਕਾਰਜ ਕਦੇ ਵੀ ਖੁਸ਼ਹਾਲੀ, ਵਿਕਾਸ ਜਾਂ ਸਫਲਤਾ ਦੇ ਪੜਾਅ ਨਹੀਂ ਬਣਦੇ। ਕਰਨ ਤੋਂ ਬਿਨਾਂ ਕੁਝ ਨਹੀਂ ਵਾਪਰਦਾ। ਸਿਆਣਾ ਵਿਅਕਤੀ ਹਾਲਾਤ ਨੂੰ ਬਦਲਣ ਦੀ ਥਾਂ ਆਪਣੇ ਆਪ ਨੂੰ ਪਰਿਸਥਿਤੀਆਂ ਅਨੁਸਾਰ ਢਾਲਣ ਲੱਗ ਪੈਂਦਾ ਹੈ, ਜਦੋਂ ਕਿ ਕਾਰਜਸ਼ੀਲ ਵਿਅਕਤੀ ਸਥਿਤੀਆਂ ਨੂੰ ਆਪਣੇ ਅਨੁਸਾਰ ਢਾਲਦੇ ਹਨ। ਇਸ ਭਾਵਨਾ ਵਿੱਚੋਂ ਹੀ ਰੁਜ਼ਗਾਰ ਉਪਜਦੇ ਹਨ। ਕਾਰਜਸ਼ੀਲ ਹੀ ਦੌਲਤ ਉਪਜਾਉਂਦੇ ਹਨ। ਜਿੱਥੇ ਗਾਹਕ ਦਾ ਨਿਰਾਦਰ ਹੁੰਦਾ ਹੈ, ਉਹ ਵਪਾਰ ਜਾਂ ਅਦਾਰੇ ਜਲਦੀ ਲੋਪ ਹੋ ਜਾਂਦੇ ਹਨ। ਸਰਕਾਰੀ ਦਫ਼ਤਰਾਂ ਵਿੱਚ ਅਫਸਰਾਂ ਅਤੇ ਕਰਮਚਾਰੀਆਂ ਦਾ ਹੀ ਮਹੱਤਵ ਹੈ। ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦਾ ਨਿਰਾਦਰ ਹੀ ਹੁੰਦਾ ਹੈ। ਇਹੀ ਕਾਰਨ ਹੈ ਕਿ ਸਰਕਾਰੀ ਨੌਕਰੀਆਂ ਫੈਲਣ ਦੀ ਥਾਂ ਸੁੰਗੜਨ ਲੱਗ ਪੈਂਦੀਆਂ ਹਨ ਅਤੇ ਨਿੱਜੀ ਖੇਤਰ ਆਪਣੀ ਚੰਗੇਰੀ ਕਾਰਜਕਾਰੀ ਕਾਰਨ ਬਲਵਾਨ ਹੋ ਰਿਹਾ ਹੈ। ਜਿਸ ਖੇਤਰ ਵਿੱਚ ਮੁਕਾਬਲਾ ਨਹੀਂ, ਉੱਥੇ ਵਿਕਾਸ ਵੀ ਨਹੀਂ ਵਾਪਰਦਾ। ਹਰ ਚੀਜ਼ ਦੀ ਅੰਤਲੀ ਪਰਖ ਮਾਰਕੀਟ ਵਿੱਚ ਹੋਵੇਗੀ। ਜੇ ਅਸੀਂ ਆਪਣੀ ਕਾਰਜਕਾਰੀ ਨਹੀਂ ਸੁਧਾਰਾਂਗੇ ਤਾਂ ਸਾਡੇ ਗਾਹਕ ਸਾਨੂੰ ਛੱਡ ਜਾਣਗੇ। ਹਰ ਵਿਅਕਤੀ ਹਰ ਵੇਲੇ ਕੁਝ ਵੇਚ ਰਿਹਾ ਹੁੰਦਾ ਹੈ ਜਾਂ ਕੁਝ ਖਰੀਦ ਖਰਚ ਵਰਤ ਰਿਹਾ ਹੁੰਦਾ ਹੈ। ਕਿਸੇ ਵਸਤ ਦੇ 3 ਪ੍ਰਮੁੱਖ ਪੱਖ ਹੁੰਦੇ ਹਨ: ਵਸਤ ਦਾ ਗੁਣ, ਵਸਤ ਦੀ ਕੀਮਤ ਅਤੇ ਵੇਚਣ ਵਾਲੇ ਦਾ ਵਿਹਾਰ। ਇੱਕੋ ਪ੍ਰਕਾਰ ਦੀਆਂ ਵਸਤਾਂ ਅਤੇ ਕੀਮਤਾਂ ਵਿੱਚ ਵਿੱਥ ਲਗਭਗ ਮਿਟਦੀ ਜਾ ਰਹੀ ਹੈ। ਅੰਤਰ ਕੇਵਲ ਦੁਕਾਨਦਾਰ ਦੇ ਵਿਹਾਰ ਦਾ ਰਹਿ ਗਿਆ ਹੈ। ਜਿਹੜਾ ਦੁਕਾਨਦਾਰ ਗਾਹਕਾਂ ਨੂੰ ਸੰਤੁਸ਼ਟ ਅਤੇ ਪ੍ਰਸੰਨ ਕਰੇਗਾ, ਬਾਜ਼ਾਰ ਅਤੇ ਮੁਕਾਬਲੇ ਵਿੱਚ ਉਹੀ ਟਿਕ ਸਕੇਗਾ। ਭੈੜੇ ਵਿਹਾਰ ਵਾਲੇ ਅਫਸਰਾਂ ਅਤੇ ਕਰਮਚਾਰੀਆਂ ਦਾ ਵੀ ਭੈੜੇ ਵਿਹਾਰ ਵਾਲੇ ਦੁਕਾਨਦਾਰਾਂ ਵਾਂਗ ਕੋਈ ਭਵਿੱਖ ਨਹੀਂ ਹੈ। ਮਾੜੀ ਕਾਰਜਕਾਰੀ ਵਾਲੇ ਸਕੂਲਾਂ, ਹਸਪਤਾਲਾਂ, ਬੈਂਕਾਂ ਆਦਿ ਦਾ ਵੀ ਕੋਈ ਭਵਿੱਖ ਨਹੀਂ ਹੈ। ਹੁਣ ਹਰ ਕਿਸੇ ਨੂੰ ਆਪਣੇ ਯਤਨਾਂ ਨਾਲ ਹੀ ਅਮੀਰ ਜਾਂ ਗਰੀਬ ਬਣਨਾ ਪਵੇਗਾ। ਹੁਣ ਵੇਚਣ ਵਾਲੇ ਦੀ ਨਹੀਂ, ਖਰੀਦਣ ਵਾਲੇ ਦੀ ਮਰਜ਼ੀ ਚੱਲੇਗੀ। ਪ੍ਰਸੰਨ ਗਾਹਕ ਮਾਲਕ ਲਈ ਦੌਲਤ ਉਪਜਾਉਣ ਦਾ ਕਾਰਜ ਕਰਦੇ ਹਨ। ਮਾਰਕੀਟ ਵਿੱਚ ਅਸੀਂ ਵਸਤਾਂ ਨਹੀਂ ਖਰੀਦਦੇ, ਅਸੀਂ ਆਪਣੀਆਂ ਸਮੱਸਿਆਵਾਂ ਦੇ ਹੱਲ ਖਰੀਦਦੇ ਹਾਂ। ਦੌਲਤਮੰਦਾਂ ਨੂੰ ਆਪਣੀ ਮਿਹਨਤ ਵਿੱਚ ਵਿਸ਼ਵਾਸ ਅਤੇ ਆਪਣੀ ਯੋਗਤਾ ਵਿੱਚ ਭਰੋਸਾ ਹੁੰਦਾ ਹੈ। ਹਰੇਕ ਵੱਡੀ ਕੰਪਨੀ ਆਪਣੀ ਮਿਹਨਤ ਦੇ ਅਨੁਪਾਤ ਵਿੱਚ ਹੀ ਸਫਲ ਹੋਈ ਹੈ। ਹਰ ਸਧਾਰਨ ਵਿਅਕਤੀ ਨੂੰ ਆਪਣੇ ਘਰ ਵਿੱਚ ਮੰਜੇ ਦੀ ਥਾਂ ਪਲੰਘ ਲਿਆਉਣ ਵਾਸਤੇ ਲਗਭਗ 20 ਸਾਲ ਮਿਹਨਤ ਕਰਨੀ ਪਵੇਗੀ। ਦੌਲਤਮੰਦ ਪਰਿਵਾਰਾਂ ਦੀ ਸੰਤਾਨ ਜਿਸ ਖੇਤਰ ਵਿੱਚ ਵੀ ਜਾਂਦੀ ਹੈ, ਉੱਥੇ ਹੀ ਮੌਕੇ ਪੈਦਾ ਕਰਦੀ ਹੈ। ਪੰਜਾਬ ਦੇ ਹੀ ਇੱਕ ਵਿਅਕਤੀ ਨੇ ਇੱਕ ਬੈਂਕ ਨੂੰ ਪ੍ਰਫੁੱਲਤ ਕੀਤਾ, ਲਗਭਗ 20,000 ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ। ਜਦੋਂ ਉਸ ਦਾ ਚਲਾਣਾ ਹੋਇਆ ਤਾਂ ਇਹਨਾਂ ਪਰਿਵਾਰਾਂ ਦੇ ਲਗਭਗ 1 ਲੱਖ ਜੀਆਂ ਦੀ 2 ਲੱਖ ਅੱਖ ਰੋ ਰਹੀ ਸੀ।
ਦੌਲਤਮੰਦ ਵਿਅਕਤੀ ਸਮਾਜ ਅਤੇ ਦੇਸ਼ ਵਿੱਚ ਗਰੀਬੀ ਖਤਮ ਕਰਨ ਦਾ ਕਾਰਜ ਕਰਦੇ ਹਨ। ਇਹਨਾਂ ਦਾ ਜੀਵਨ ਖਰਚੀਲਾ ਨਹੀਂ, ਸਾਦਾ ਹੁੰਦਾ ਹੈ। ਵੇਖਿਆ ਗਿਆ ਹੈ ਕਿ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਹਨ, ਦੌਲਤ ਕਮਾਈ ਹੈ, ਉਹ ਆਦਤਾਂ ਵਿੱਚ ਸਦਾ ਸਾਦੇ ਹੁੰਦੇ ਹਨ, ਜਦੋਂ ਕਿ ਜਿਨ੍ਹਾਂ ਨੂੰ ਧਨ ਵਿਰਸੇ ਜਾਂ ਜਾਇਦਾਦ ਦੇ ਰੂਪ ਵਿੱਚ ਮਿਲਿਆ ਹੁੰਦਾ ਹੈ, ਉਹ ਆਪਣੀ ਅਯੋਗਤਾ ਛੁਪਾਉਣ ਲਈ ਮਹਿੰਗੀਆਂ ਚੀਜ਼ਾਂ ਪੈਣ ਦੇ ਵਰਤਦੇ ਹਨ ਅਤੇ ਬਨਾਵਟੀ ਅਤੇ ਓਪਰਾ ਜੀਵਨ ਜਿਉਂਦੇ ਹਨ। ਕਈ ਲੋਕਾਂ ਨੂੰ ਗਲਤ ਅਤੇ ਮਹਿੰਗੀਆਂ ਚੀਜ਼ਾਂ ਖਰੀਦਣ ਅਤੇ ਨਿਰੰਤਰ ਚੀਜ਼ਾਂ ਖਰੀਦਦੇ ਰਹਿਣ ਦਾ ਰੋਗ ਹੁੰਦਾ ਹੈ। ਲੋੜ ਤੋਂ ਬਿਨਾਂ ਖਰੀਦੀਆਂ ਚੀਜ਼ਾਂ ਚਿੰਤਾ ਵਜਾਉਂਦੀਆਂ ਹਨ ਅਤੇ ਅਜਿਹੀ ਚਿੰਤਾ ਸਾਡੀ ਕਾਰਜ ਕੁਸ਼ਲਤਾ ਨੂੰ ਘਟਾਉਂਦੀ ਹੈ। ਅਜਿਹੇ ਵਿਅਕਤੀ ਆਪਣੇ ਆਪ ਨੂੰ ਚੀਜ਼ਾਂ ਨਾਲ ਘੇਰ ਲੈਂਦੇ ਹਨ। ਜਿਵੇਂ ਵਿਦਵਤਾ ਇਸ ਗੱਲ ਵਿੱਚ ਹੁੰਦੀ ਹੈ ਕਿ ਕਹਿਣ ਲਈ ਬਹੁਤ ਕੁਝ ਹੋਣਾ ਪਰ ਚੁੱਪ ਰਹਿਣਾ, ਇਵੇਂ ਹੀ ਸਿਆਣਪ ਇਸ ਗੱਲ ਵਿੱਚ ਹੁੰਦੀ ਹੈ ਕਿ ਸਭ ਕੁਝ ਖਰੀਦਣ ਦੀ ਸਮਰੱਥਾ ਹੋਣੀ ਪਰ ਕੁਝ ਵੀ ਨਾ ਖਰੀਦਣਾ। ਜੀਵਨ ਦੇ ਸਾਰੇ ਸੁੱਖ ਹੋਣੇ ਪਰ ਕਿਸੇ ਸੁੱਖ ਦੀ ਲੋੜ ਨਾ ਪੈਣੀ ਤੰਦਰੁਸਤੀ ਦਾ ਪ੍ਰਮਾਣ ਹੁੰਦਾ ਹੈ। ਸਭ ਕੁਝ ਹੋਣ ਦੇ ਬਾਵਜੂਦ ਸਾਦੇ ਰਹਿਣਾ ਸੱਚੀ ਅਮੀਰੀ ਹੈ। ਅਮੀਰ ਅਤੇ ਖੁਸ਼ਹਾਲ ਜਾਪਾਨੀ ਵਪਾਰੀ ਕਹਿੰਦੇ ਹਨ, ਗਾਹਕ ਨੂੰ ਆਉਣ ਦਿਓ, ਮੁਨਾਫਾ ਨਾਲ ਆਵੇਗਾ। ਧਨ ਗਾਹਕ ਹੋਰ ਗਾਹਕਾਂ ਨੂੰ ਲਿਆਉਣ ਦਾ ਵਸੀਲਾ ਬਣਦਾ ਹੈ। ਜਿੱਥੇ ਗਾਹਕਾਂ ਦੀ ਭਰਮਾਰ ਹੋਵੇ ਉੱਥੇ ਬਾਜ਼ਾਰ ਬਣਦਿਆਂ ਦੇਰ ਨਹੀਂ ਲੱਗਦੀ। ਬਾਜ਼ਾਰਾਂ ਵਿੱਚ ਜਿੰਨੀ ਵਧੇਰੇ ਚਹਿਲ ਪਹਿਲ ਹੋਵੇਗੀ, ਉਸ ਦੇਸ਼ ਦੀ ਦੌਲਤ ਅਤੇ ਖੁਸ਼ਹਾਲੀ ਵਿੱਚ ਵੀ ਉਨਾ ਹੀ ਵਧੇਰੇ ਵਾਧਾ ਹੋਵੇਗਾ। ਕਈ ਵਿਅਕਤੀ ਮਗਰੋਂ ਆਮਦਨ ਹੋਣ ਦੀ ਆਸ ਵਿੱਚ ਪਹਿਲਾਂ ਹੀ ਖਰਚੇ ਵਧਾ ਲੈਂਦੇ ਹਨ। ਅਜਿਹੇ ਵਿਅਕਤੀ ਨਾ ਕੇਵਲ ਪਰਛਾਵਿਆਂ ਪਿੱਛੇ ਦੌੜਦੇ ਹਨ, ਉਹ ਆਪਣੇ ਹੀ ਕਦਮਾਂ ਵਿੱਚ ਅੜ ਕੇ ਡਿੱਗ ਵੀ ਪੈਂਦੇ ਹਨ। ਪਹਿਲਾਂ ਕਮਾਉਣਾ, ਫਿਰ ਖਰਚ ਕਰਨਾ ਅਤੇ ਕਮਾਏ ਵਿੱਚੋਂ ਕੁਝ ਲਗਾਤਾਰ ਬਚਾਉਣਾ, ਅਤੇ ਜਿਹੜੇ ਇਸ ਬਚਾਏ ਨੂੰ ਸਰਮਾਏ ਵਿੱਚ ਬਦਲਣਾ ਸਿੱਖ ਲੈਂਦੇ ਹਨ, ਉਹਨਾਂ ਨੂੰ ਮਾਇਕ ਪੱਖੋਂ ਕਿਸੇ ਤੇ ਨਿਰਭਰ ਨਹੀਂ ਰਹਿਣਾ ਪੈਂਦਾ। ਅਜਿਹੇ ਵਿਅਕਤੀਆਂ ਵਿੱਚ ਹੀ ਅਣਗਾਹੇ ਨਵੇਂ ਰਾਹਾਂ 'ਤੇ ਤੁਰਨ ਦੀ ਅਤੇ ਆਪਣੀ ਸੰਤਾਨ ਨੂੰ ਉਡਾਣ ਭਰਨ ਲਈ ਖੁੱਲ੍ਹਾ ਆਕਾਸ਼ ਪ੍ਰਦਾਨ ਕਰਨ ਦੀ ਸਮਰੱਥਾ ਹੁੰਦੀ ਹੈ। ਵੇਖਿਆ ਗਿਆ ਹੈ ਕਿ ਜਿਹੜੇ ਦੌਲਤਮੰਦ ਹੁੰਦੇ ਹਨ, ਉਹਨਾਂ ਕੋਲ ਅਕਸਰ ਉਚੇਰੀ ਵਿੱਦਿਆ ਨਹੀਂ ਹੁੰਦੀ, ਅਤੇ ਜਿਨ੍ਹਾਂ ਕੋਲ ਉਚੇਰੀ ਵਿੱਦਿਆ ਹੁੰਦੀ ਹੈ ਉਹ ਦੌਲਤਮੰਦ ਨਹੀਂ ਹੁੰਦੇ। ਇਸ ਵਰਤਾਰੇ ਦੇ ਕਾਰਨ ਜਾਣਨ ਦੀ ਲੋੜ ਹੈ। ਜਿਹੜੇ ਲੋਕ ਉਚੇਰੀ ਵਿੱਦਿਆ ਪ੍ਰਾਪਤ ਕਰਦੇ ਹਨ, ਉਹ ਕੇਵਲ ਨੌਕਰੀ ਜੋਗੇ ਰਹਿ ਜਾਂਦੇ ਹਨ। ਉਚੇਰੀ ਵਿੱਦਿਆ ਪ੍ਰਾਪਤ ਕਰਦੇ ਕਰਦੇ ਉਹ ਕੁਝ ਕਰ ਗੁਜ਼ਰਨ ਦੀ ਸਮਰੱਥਾ, ਸਮਾਂ ਅਤੇ ਮੌਕਾ ਗਵਾ ਦਿੰਦੇ ਹਨ। ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਅਕਤੀ ਸਿਧਾਂਤਕ ਹੋ ਜਾਂਦੇ ਹਨ। ਕੁਝ ਕਰਨ ਦੇ ਪੱਖੋਂ ਉਹਨਾਂ ਦਾ ਸਰੀਰ ਜਵਾਨੀ ਵਿੱਚ ਹੀ ਬੁੱਢਾ ਹੋ ਜਾਂਦਾ ਹੈ। ਉਹ ਕਾਰਜਾਂ ਦੀ ਥਾਂ ਵਿਚਾਰਾਂ ਵਿੱਚ ਵਧੇਰੇ ਰੁੱਝਦੇ ਹਨ। ਉਚੇਰੀ ਵਿੱਦਿਆ ਪ੍ਰਾਪਤ ਕਰਕੇ ਅਸੀਂ ਸਿਆਣੇ ਹੋ ਜਾਂਦੇ ਹਾਂ ਕਿ ਨਹੀਂ, ਇਹ ਨਿਸ਼ਚੇ ਨਾਲ ਨਹੀਂ ਕਿਹਾ ਜਾ ਸਕਦਾ, ਪਰ ਇਹ ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਕਿ ਅਸੀਂ ਕੋਈ ਅਮਲੀ ਕਾਰਜ ਕਰਨ ਦੇ ਖੇਤਰ ਵਿੱਚੋਂ ਬਾਹਰ ਨਿਕਲ ਜਾਂਦੇ ਹਾਂ। ਵਧੇਰੇ ਸਿਧਾਂਤਕ ਹੋਣ ਕਰਕੇ ਅਸੀਂ ਵਿਚਾਰ ਚਰਚਾ ਇੰਨੀ ਵਧੇਰੇ ਕਰ ਲੈਂਦੇ ਹਾਂ ਕਿ ਕੋਈ ਠੋਸ ਫੈਸਲਾ ਕਰ ਵੀ ਲਈਏ ਤਾਂ ਬੜੀ ਜਲਦੀ ਸਾਨੂੰ ਉਸ ਫੈਸਲੇ ਵਿੱਚੋਂ ਮੋਹਰੀਆਂ ਵਿਖਾਈ ਦੇਣ ਲੱਗ ਪੈਂਦੀਆਂ ਹਨ। ਇਵੇਂ ਸਾਡੀ ਸੋਚਣ ਸ਼ਕਤੀ ਸਾਡੀ ਤਾਕਤ ਹੋਣ ਦੀ ਥਾਂ ਸਾਡੀ ਕਮਜ਼ੋਰੀ ਹੋ ਨਿਬੜਦੀ ਹੈ। ਸਾਰੇ ਗਿਆਨੀ ਗਿਆਨ ਦੇ ਰੋਗ ਨਾਲ ਪੀੜਤ ਹਨ। ਉਹਨਾਂ ਦਾ ਵਿਹਾਰ ਸੋਚ ਨਾਲ ਫੈਲਣ ਦੀ ਥਾਂ ਸੁੰਗੜਨ ਲੱਗ ਪੈਂਦਾ ਹੈ। ਜਿਹੜੀਆਂ ਲੜਾਈਆਂ ਵਿਦਵਾਨ ਲੜਦੇ ਹਨ, ਤੌਬਾ ਤੌਬਾ, ਸਾਡੇ ਦੇਸ਼ ਦੀ ਡਿਗਰੀਆਂ ਵਾਲੀ ਜਵਾਨੀ ਇਸੇ ਰੋਗ ਤੋਂ ਪੀੜਤ ਹੈ। ਇਸੇ ਵਰਗ ਦੀ ਸ਼ਰਧਾ ਕੇਵਲ ਸਰਕਾਰੀ ਨੌਕਰੀ ਪ੍ਰਤੀ ਹੈ, ਬਾਕੀ ਸਭ ਖੇਤਰਾਂ ਪ੍ਰਤੀ ਨਫ਼ਰਤ ਹੀ ਨਫ਼ਰਤ ਹੈ। ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਕੇਵਲ ਸਰਕਾਰੀ ਨੌਕਰੀਆਂ ਦੇ ਪੱਖੋਂ ਹੈ, ਬਾਕੀ ਸਾਰੇ ਖੇਤਰ ਖੁੱਲ੍ਹੇ ਹਨ ਜਿੱਥੇ ਵੰਗਾਰਾਂ ਦਾ ਹਾੜਾ ਆਇਆ ਹੋਇਆ ਹੈ। ਇਸ ਪ੍ਰਵਿਰਤੀ ਦੇ ਅੰਦਰ ਬਾਹਰ ਇੱਕ ਹੋਰ ਸਮੱਸਿਆ ਹੈ। ਸਾਡੀ ਦਿਲਚਸਪੀ ਨੌਕਰੀ ਵਾਲੇ ਕੰਮਾਂ ਵਿੱਚ ਨਹੀਂ, ਮਿਲਣ ਵਾਲੀ ਤਨਖਾਹ ਅਤੇ ਸਹੂਲਤਾਂ ਵਿੱਚ ਹੁੰਦੀ ਹੈ। ਅਸੀਂ ਤਨਖਾਹ ਦੇ ਸ਼ਰਧਾਲੂ ਹਾਂ। ਇਹ ਸ਼ਰਧਾ ਕੇਵਲ ਸਰਕਾਰੀ ਨੌਕਰੀ ਵਿੱਚ ਹੀ ਪ੍ਰਗਟਾਈ ਜਾ ਸਕਦੀ ਹੈ। ਕਹਿੰਦੇ ਹਨ ਕਿ ਸਰਕਾਰੀ ਨੌਕਰੀ ਮਿਲਣੀ ਲੈਣੀ ਔਖੀ ਹੈ, ਕਰਨੀ ਔਖੀ ਨਹੀਂ ਹੁੰਦੀ। ਵਪਾਰ ਵਿੱਚ ਕੰਮ ਤਾਂ ਹਨ ਪਰ ਕਰਨੇ ਔਖੇ ਹਨ। ਕੇਵਲ ਔਖੀਆਂ ਜਿੱਤਾਂ ਹੀ ਮਾਣਯੋਗ ਹੁੰਦੀਆਂ ਹਨ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਪੜ੍ਹੇ ਲਿਖੇ ਵਿਅਕਤੀ ਵਪਾਰ ਵਿੱਚ ਲੱਗੇ ਜਾਂ ਆਪਣਾ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਨਾਲੋਂ ਨੀਵਾਂ ਸਮਝਦੇ ਹਨ। ਇਹ ਪ੍ਰਵਿਰਤੀ ਕੇਵਲ ਗਰੀਬ ਦੇਸ਼ਾਂ ਵਿੱਚ ਹੀ ਹੈ ਅਤੇ ਇਸ ਪ੍ਰਵਿਰਤੀ ਕਾਰਨ ਹੀ ਇਹ ਦੇਸ਼ ਗਰੀਬ ਹਨ। ਇਹ ਵੀ ਗਰੀਬ ਦੇਸ਼ਾਂ ਵਿੱਚ ਹੀ ਹੈ
ਕਿ ਇੱਥੇ ਨਿੱਕੀਆਂ ਸਰਕਾਰੀ ਨੌਕਰੀਆਂ ਤੇ ਲੱਗੇ ਵਿਅਕਤੀ ਦੌਲਤ ਉਪਜਾਉਣ ਵਾਲੇ ਵਪਾਰੀਆਂ ਉਦਯੋਗਪਤੀਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ। ਇਹ ਸਾਡਾ ਦੁਰਭਾਗ ਹੈ ਕਿ ਇੱਥੇ ਉਦਯੋਗਪਤੀਆਂ ਦੀ ਉਪਜਾਈ ਦੌਲਤ ਦਾ ਸੁੱਖ ਮਾਣਨ ਵਾਲੇ ਦੌਲਤ ਉਪਜਾਉਣ ਵਾਲਿਆਂ ਨੂੰ ਮੁਸ਼ਕਲਾਂ ਵਿੱਚ ਪਾਉਂਦੇ ਹਨ। ਜਿਸ ਦੇਸ਼ ਵਿੱਚ ਦੌਲਤ ਉਪਜਾਉਣ ਵਾਲਿਆਂ ਦਾ ਮਹੱਤਵ ਉਜਾਗਰ ਨਹੀਂ ਹੁੰਦਾ, ਉਸ ਦੇਸ਼ ਦੀ ਆਰਥਿਕ ਸਥਿਤੀ ਬਦਲਣ ਦੀ ਸੰਭਾਵਨਾ ਵੀ ਨਹੀਂ ਹੋਵੇਗੀ। ਜਿਹੜੇ ਲੋਕ ਦੌਲਤਮੰਦ ਹੁੰਦੇ ਹਨ, ਉਹਨਾਂ ਨੇ ਕਿਤਾਬੀ ਜਾਂ ਸਿਧਾਂਤਕ ਗਿਆਨ ਦੀ ਥਾਂ ਵਿਹਾਰਿਕ ਗਿਆਨ ਨੂੰ ਤਰਜੀਹ ਦਿੱਤੀ ਹੁੰਦੀ ਹੈ। ਉਹਨਾਂ ਦੀ ਸੰਤਾਨ ਉਚੇਰੀ ਵਿੱਦਿਆ ਦੇ ਮਹੱਤਵ ਨੂੰ ਸਮਝਦੀ ਹੈ, ਪਰ ਉਦੇਸ਼ਹੀਣ ਪ੍ਰਾਪਤ ਕੀਤੀ ਵਿੱਦਿਆ ਦਾ ਉਹਨਾਂ ਲਈ ਕੋਈ ਮਹੱਤਵ ਨਹੀਂ ਹੁੰਦਾ। ਉਹ ਲੰਮੀਆਂ ਬਹਿਸਾਂ ਵਿੱਚ ਨਹੀਂ ਪੈਂਦੇ। ਉਹ ਫੈਸਲੇ ਸੋਚ ਸਮਝ ਕੇ ਕਰਦੇ ਹਨ, ਪਰ ਫੈਸਲੇ ਕਰਕੇ ਫਿਰ ਨਹੀਂ ਸੋਚਦੇ। ਜਦੋਂ ਕਿ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲਿਆਂ ਵਿੱਚ ਵਿੱਦਿਆ ਪ੍ਰਾਪਤ ਕਰਦਿਆਂ ਹਰ ਚੀਜ਼ ਲਈ ਉਤਸ਼ਾਹ ਅਤੇ ਜੋਸ਼ ਮੱਠਾ ਪੈ ਜਾਂਦਾ ਹੈ, ਅਤੇ ਉਚੇਰੀ ਵਿੱਦਿਆ ਵਾਲਿਆਂ ਨੂੰ ਸੰਭਾਵਨਾਵਾਂ ਨਾਲੋਂ ਸੀਮਾਵਾਂ, ਮਿਲਣ ਵਾਲੇ ਲਾਭਾਂ ਨਾਲੋਂ ਪੈਣ ਵਾਲੇ ਘਾਟੇ ਵਧੇਰੇ ਦਿਖਾਈ ਦੇਣ ਲੱਗ ਪੈਂਦੇ ਹਨ। ਪ੍ਰਯੋਗ ਕਰਨਾ ਜਾਂ ਜੋਖਮ ਵਾਲਾ ਫੈਸਲਾ ਕਰਨਾ ਉਹਨਾਂ ਦੇ ਵੱਸ ਵਿੱਚ ਨਹੀਂ ਰਹਿੰਦਾ। ਨਿਰਸੰਦੇਹ ਦੌਲਤ ਅਤੇ ਸਿਧਾਂਤਕ ਵਿੱਦਿਆ ਵਿਚਕਾਰ ਰਿਸ਼ਤਾ ਵਿਸੰਗਤੀ ਅਤੇ ਵਿਰੋਧ ਵਾਲਾ ਹੈ। ਬਹੁਤ ਅਧਿਕ ਵਿੱਦਿਆ ਪ੍ਰਾਪਤ ਵਿਅਕਤੀ ਇਸ ਕਰਕੇ ਧਨਵਾਨ ਨਹੀਂ ਹੁੰਦੇ ਕਿਉਂਕਿ ਉਹ ਧਨਵਾਨ ਬਣਨ ਵਾਲੀ ਉਮਰ ਅਤੇ ਫੈਸਲੇ ਕਰਨ ਦਾ ਸਮਾਂ ਇਮਤਿਹਾਨਾਂ ਅਤੇ ਡਿਗਰੀਆਂ ਦੀ ਭੇਟ ਚੜ੍ਹਾ ਦਿੰਦੇ ਹਨ। ਗਰੀਬ ਦੇਸ਼ਾਂ ਵਿੱਚ ਛੁੱਟੀਆਂ ਵਧੇਰੇ ਹੁੰਦੀਆਂ ਹਨ, ਅਤੇ ਛੁੱਟੀਆਂ ਵਧੇਰੇ ਹੋਣ ਕਰਕੇ ਇਹ ਦੇਸ਼ ਗਰੀਬ ਹੀ ਰਹਿੰਦੇ ਹਨ। ਪਿੱਛੇ ਜਿਹੇ ਇੱਕ ਲੇਖਕ ਨੇ ਕਰੋੜਪਤੀ ਕਿਵੇਂ ਬਣੀਏ ਸਿਰਲੇਖ ਵਾਲੀ ਪੁਸਤਕ ਲਿਖੀ ਅਤੇ ਆਪਣੀ ਪੁਸਤਕ ਦੇ ਪ੍ਰਚਾਰ ਲਈ ਕਈ ਥਾਈਂ ਭਾਸ਼ਣ ਦਿੱਤੇ। ਉਸ ਨੂੰ ਅਕਸਰ ਪੁੱਛਿਆ ਗਿਆ ਕਿ ਤੁਸੀਂ ਦੂਜਿਆਂ ਨੂੰ ਕਰੋੜਪਤੀ ਬਣਨ ਦੇ ਢੰਗ ਤਰੀਕੇ ਤਾਂ ਦੱਸਦੇ ਹੋ, ਪਰ ਤੁਸੀਂ ਆਪ ਕਰੋੜਪਤੀ ਕਿਉਂ ਨਹੀਂ ਬਣੇ? ਉਸ ਦਾ ਉੱਤਰ ਇਹ ਸੀ ਕਿ ਉਸਨੇ ਗਲਤੀ ਇਹ ਕੀਤੀ ਕਿ ਉਸਨੇ ਜੀਵਨ ਦੇ 4 ਦਹਾਕੇ ਪ੍ਰੀਖਿਆਵਾਂ ਪਾਸ ਕਰਨ ਵਿੱਚ ਹੀ ਲਗਾ ਦਿੱਤੇ ਅਤੇ ਇਵੇਂ ਕਮਾਉਣ ਵਾਲੇ 20 ਕੀਮਤੀ ਵਰ੍ਹੇ ਗੁਆ ਦਿੱਤੇ। ਦੌਲਤ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਕਿ ਇਸ ਦੇ ਮਾਲਕ ਅਨਪੜ੍ਹ ਹਨ ਜਾਂ ਪੜ੍ਹੇ ਲਿਖੇ, ਭਾਰਤ ਦੇ ਵਾਸੀ ਹਨ ਜਾਂ ਅਮਰੀਕਾ ਦੇ ਵਾਸੀ। ਉਪਰੋਕਤ ਚਰਚਾ ਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਉਚੇਰੀ ਵਿੱਦਿਆ ਨਹੀਂ ਲੈਣੀ ਚਾਹੀਦੀ, ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਅਮਲ ਵਿਹੂਣੀ ਉਚੇਰੀ ਵਿੱਦਿਆ ਤੁਹਾਨੂੰ ਅਪੰਗ ਬਣਾ ਕੇ ਕੇਵਲ ਨੌਕਰੀ ਜੋਗਾ ਕਰ ਦੇਵੇਗੀ, ਪਰ ਨੌਕਰੀ ਮਿਲੇਗੀ ਨਹੀਂ। ਜੇ ਤੁਸੀਂ ਆਪਣਾ ਕੰਮ ਕਰਨਾ ਹੈ ਜਾਂ ਵਪਾਰ ਜਾਂ ਉਤਪਾਦਨ ਦੇ ਖੇਤਰ ਵਿੱਚ ਜਾਣਾ ਹੈ ਤਾਂ ਉਹੀ ਵਿੱਦਿਆ ਚੰਗੀ ਹੈ ਜਿਹੜੀ ਤੁਹਾਡੇ ਵਿੱਚ ਵਿਉਂਤੇ ਹੋਏ ਕੰਮ ਕਰਨ ਦੀ ਯੋਗਤਾ ਅਤੇ ਸਮਰੱਥਾ ਨੂੰ ਵਧਾਵੇ, ਨਹੀਂ ਤਾਂ ਇਹ ਵਿੱਦਿਆ ਹੀ ਤੁਹਾਡੇ ਰਾਹ ਦੀ ਰੁਕਾਵਟ ਬਣ ਜਾਵੇਗੀ। ਸਾਡੇ ਸਮਾਜ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਨੁਮਾਇਸ਼ੀ ਅਮੀਰੀ ਨੂੰ ਸਮਾਜ ਪ੍ਰਵਾਨਗੀ ਦੀ ਨਜ਼ਰ ਨਾਲ ਨਹੀਂ ਵੇਖਦਾ। ਚਮਕਦਾਰ ਮਹਿੰਗੇ ਕੱਪੜਿਆਂ ਵਾਲੇ ਪ੍ਰੋਫੈਸਰ ਜਾਂ ਹੀਰੇ ਦੀਆਂ ਮੁੰਦਰੀਆਂ ਵਾਲੇ ਡਾਕਟਰ ਆਦਿ ਨੂੰ ਆਪਣੇ ਕਿੱਤੇ ਵਿੱਚ ਮਾਹਿਰ ਨਹੀਂ ਸਮਝਿਆ ਜਾਂਦਾ। ਸਮਾਜ ਆਸ ਕਰਦਾ ਹੈ ਕਿ ਉਹ ਸਾਦੇ ਰਹਿਣ ਅਤੇ ਆਪਣੇ ਧਨ ਦੀ ਨੁਮਾਇਸ਼ ਨਾ ਲਾਉਣ, ਜਦੋਂ ਕਿ ਸਮਾਜ ਇਹਨਾਂ ਨੂੰ ਆਰਥਿਕ ਚਿੰਤਾਵਾਂ ਤੋਂ ਮੁਕਤ ਹੋਣ ਦੀ ਪ੍ਰਵਾਨਗੀ ਖਿੜੇ ਮੱਥੇ ਦਿੰਦਾ ਹੈ। ਜੇ ਤੁਸੀਂ ਆਰਥਿਕ ਪੱਖੋਂ ਸੁਤੰਤਰ ਨਹੀਂ ਤਾਂ ਤੁਹਾਨੂੰ ਆਪਣਾ ਢੇਰ ਸਾਰਾ ਸਮਾਂ, ਸ਼ਕਤੀ ਅਤੇ ਸੋਚ ਇਸ ਪੱਖ ਪ੍ਰਤੀ ਚਿੰਤਾ ਕਰਦਿਆਂ ਗੁਜ਼ਾਰਨੀ ਪਵੇਗੀ। ਇਸ ਚਿੰਤਾ ਦਾ ਇਲਾਜ ਆਮਦਨ ਖਰਚ ਦਾ ਬਜਟ ਬਣਾਉਣਾ ਹੈ। ਪਰੇਸ਼ਾਨ ਲੋਕ ਬਜਟ ਬਣਾਏ ਜਾਂ ਆਮਦਨ ਖਰਚ ਵਿਉਂਤੇ ਬਿਨਾਂ ਜੀਵਨ ਗੁਜ਼ਾਰਦੇ ਹਨ, ਇਸ ਲਈ ਪਰੇਸ਼ਾਨ ਹਨ। ਜਿਸ ਖੇਡ ਦੇ ਨਿਯਮ ਨਹੀਂ ਹਨ, ਉਹ ਖੇਡ ਖੇਡਣ ਦੇ ਕੋਈ ਅਰਥ ਵੀ ਨਹੀਂ ਹੋਣਗੇ। ਕਈ ਲੋਕ ਸਫਲਤਾ ਨੂੰ ਕਿਸਮਤ ਨਾਲ ਜੋੜਦੇ ਹਨ। ਇਹ ਆਦਤ ਕੇਵਲ ਅਸਫਲ ਲੋਕਾਂ ਵਿੱਚ ਹੁੰਦੀ ਹੈ। ਤਾਸ਼ ਦੇ ਪੱਤੇ ਵੰਡ ਦਿੱਤੇ ਜਾਂਦੇ ਹਨ, ਪੱਤੇ ਨਹੀਂ ਬਦਲੇ ਜਾ ਸਕਦੇ, ਪਰ ਆਪਣੇ ਅਨੁਭਵ ਅਤੇ ਤਜਰਬੇ ਨਾਲ ਅਸੀਂ ਆਪਣੀ ਦੁੱਕੀ ਨਾਲ ਦੂਜੇ ਦੇ ਯੱਕੇ ਨੂੰ ਮਾਤ ਪਾ ਸਕਦੇ ਹਾਂ। ਤਾਸ਼ ਦੇ ਮਿਲੇ ਪੱਤੇ ਸਾਡੀ ਕਿਸਮਤ ਹਨ। ਅਸੀਂ ਖੇਡਦੇ ਕਿਵੇਂ ਹਾਂ, ਇਹ ਸਾਡੀ ਯੋਗਤਾ ਹੋਵੇਗੀ। ਜੇ ਸ਼ਤਰੰਜ ਖੇਡਣੀ ਆਉਂਦੀ ਹੋਵੇ ਤਾਂ ਕਈ ਵਾਰੀ ਪਿਆਦਾ ਵੀ ਬਾਦਸ਼ਾਹ ਨੂੰ ਘੇਰ ਲੈਂਦਾ ਹੈ। ਕਈ ਵਿਅਕਤੀ ਸਮਝਦੇ ਹਨ ਕਿ ਉਹਨਾਂ ਦਾ ਨਿਸ਼ਾਨਾ ਸਪਸ਼ਟ ਹੋ ਗਿਆ ਹੈ, ਸੋ ਉਹ ਨਿਸ਼ਚਿੰਤ ਹੋ ਕੇ ਸੌਂ ਜਾਂਦੇ ਹਨ ਅਤੇ ਸੁੱਤੇ ਰਹਿੰਦੇ ਹਨ। ਦੌਲਤਮੰਦ ਵਿਅਕਤੀ ਕੰਜੂਸ ਨਹੀਂ ਹੁੰਦੇ, ਸੰਜਮੀ ਹੁੰਦੇ ਹਨ। ਵੇਖਿਆ ਗਿਆ ਹੈ
ਕਿ ਜਦੋਂ ਤੁਸੀਂ ਅਚਾਨਕ ਮਿਲੇ ਪੈਸਿਆਂ ਨਾਲ ਆਪਣੀ ਸਮਰੱਥਾ ਨਾਲੋਂ ਵਧੇਰੇ ਮਹਿੰਗੀ ਕੋਈ ਚੀਜ਼ ਖਰੀਦੋਗੇ ਤਾਂ ਤੁਹਾਨੂੰ ਲਗਾਤਾਰ ਕਈ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ, ਨਹੀਂ ਤਾਂ ਪਹਿਲੀਆਂ ਖਰੀਦੀਆਂ ਮਹਿੰਗੀਆਂ ਚੀਜ਼ਾਂ ਬੜੀਆਂ ਅਜੀਬ ਲੱਗਣਗੀਆਂ। ਆਪਣੇ ਪੈਸਿਆਂ ਨਾਲੋਂ ਦੂਜਿਆਂ ਦੇ ਪੈਸੇ ਖਰਚਣੇ ਸੌਖੇ ਹੁੰਦੇ ਹਨ। ਆਪਣੇ ਬੱਚਿਆਂ ਨੂੰ ਤੁਸੀਂ ਜਿੰਨੇ ਵਧੇਰੇ ਪੈਸੇ ਦੇਵੋਗੇ ਉਹ ਉਨੇ ਘੱਟ ਬਚਾਉਣਗੇ, ਤੇ ਜਿੰਨੇ ਘੱਟ ਦੇਵੋਗੇ ਉਹ ਉਨੇ ਵੱਧ ਬਚਾਉਣਗੇ। ਆਪਣੀ ਸੰਤਾਨ ਨੂੰ ਬਚਤ ਰਾਹੀਂ ਆਰਥਿਕ ਪੱਖੋਂ ਸੁਤੰਤਰ ਹੋਣ ਦੀਆਂ ਆਦਤਾਂ ਜੇ ਬਚਪਨ ਵਿੱਚ ਨਹੀਂ ਪਾਓਗੇ ਤਾਂ ਇਹ ਆਦਤਾਂ ਕਦੇ ਵੀ ਨਹੀਂ ਪੈਣਗੀਆਂ। ਜਦੋਂ ਅਸੀਂ ਆਪਣੇ ਕਮਾਏ ਪੈਸੇ ਖਰਚਦੇ ਹਾਂ ਤਾਂ ਸਾਡੇ ਨਿਰਣੇ, ਦ੍ਰਿਸ਼ਟੀਕੋਣ ਅਤੇ ਫੈਸਲੇ ਵੱਖਰੀ ਭਾਂਤ ਦੇ ਹੁੰਦੇ ਹਨ। ਜਦੋਂ ਤੱਕ ਕੋਈ ਵਿਅਕਤੀ ਆਪਣਾ ਕਮਾਇਆ ਪੈਸਾ ਖਰਚ ਨਹੀਂ ਕਰਦਾ ਉਦੋਂ ਤੱਕ ਉਹ ਬਚਪਨ ਵਿੱਚ ਹੀ ਵਿਚਰਦਾ ਹੈ। ਜੋ ਕੁਝ ਮੇਰਾ ਹੈ ਅਤੇ ਜੋ ਕੁਝ ਮੇਰਾ ਨਹੀਂ, ਇਹ ਜਾਣ ਲੈਣਾ ਬੜਾ ਜ਼ਰੂਰੀ ਹੀ ਨਹੀਂ, ਬੜਾ ਲਾਭਕਾਰੀ ਵੀ ਹੁੰਦਾ ਹੈ। ਦੌਲਤਮੰਦੀ ਦੂਜਿਆਂ ਲਈ ਰੁਜ਼ਗਾਰ ਪੈਦਾ ਕਰਨ ਦੀ ਯੋਗਤਾ ਹੁੰਦੀ ਹੈ। ਜਿਹੜਾ ਸਮਾਜ ਅਗਲੇਰੀ ਪੀੜ੍ਹੀ ਲਈ ਢੁਕਵੇਂ ਰੁਜ਼ਗਾਰ ਨਹੀਂ ਉਪਜਾਉਂਦਾ ਉਹ ਸਮਾਜ ਸੁਖੀ ਅਤੇ ਖੁਸ਼ਹਾਲ ਵੀ ਨਹੀਂ ਹੁੰਦਾ। ਸਮੱਸਿਆ ਸੰਸਾਰ ਨੂੰ ਸੁਧਾਰਨ ਦੀ ਨਹੀਂ, ਆਪਣੇ ਆਪ ਨੂੰ ਉਸਾਰੂ ਕਾਰਜਾਂ ਵਿੱਚ ਲਾਉਣ ਦੀ ਹੈ। ਹਾਰੇ ਹੋਏ ਲੋਕਾਂ ਦੇ ਹਨੇਰੇ ਵਿੱਚ ਸੂਰਜ ਚਾੜ੍ਹਨ ਦੀ ਹੈ। ਕਲਪਨਾ ਨੂੰ ਸਿਰਜਣਾ ਵਿੱਚ ਬਦਲਣ ਦੀ ਹੈ। ਵਿਹਲ ਨੂੰ ਦੌਲਤ ਵਿੱਚ ਪਲਟਾਉਣ ਦੀ ਹੈ। ਬੈਠਿਆਂ ਨੂੰ ਦੌੜਨ ਦੀ ਹਿੰਮਤ ਦੇਣ ਦੀ ਹੈ। ਨੌਕਰੀ ਲਈ ਤਰਲੇ ਮਿੰਨਤਾਂ ਕਰਨ ਵਾਲਿਆਂ ਵਿੱਚ ਮਾਲਕ ਬਣਨ ਦੀ ਪ੍ਰੇਰਨਾ ਅਤੇ ਉਤਸ਼ਾਹ ਉਪਜਾਉਣ ਦੀ ਹੈ ਅਤੇ ਜਾਗਦੀਆਂ ਅੱਖਾਂ ਨਾਲ ਸੁਪਨੇ ਵੇਖਣ ਦੀ ਹੈ। ਸੋ ਦੋਸਤੋ, ਇਹਦੇ ਨਾਲ ਹੀ ਅੱਜ ਦਾ ਟੌਪਿਕ ਖਤਮ ਹੁੰਦਾ ਹੈ। ਹੁਣ ਫੇਰ ਮਿਲਾਂਗੇ ਅਗਲੇ ਟੌਪਿਕ ਦੇ ਨਾਲ। ਧੰਨਵਾਦ।